ਜਿਹੜੀ ਅਸਲੀ ਲੜਾਈ ਹੈ, ਜਿਹੜੀ ਅਸਲੀ ਸੰਘਰਸ਼ ਜਿਹੜਾ ਹੈਗਾ ਉਹ ਇਹ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਲੁੱਟ ਨੂੰ ਰੋਕੋ। ਨਿੱਜੀ ਜੇਬਾਂ ਚੋਂ ਪੈਸਾ, ਚੰਦ ਨਿੱਜੀ ਜੇਬਾਂ ਚੋਂ, ਮਾਫੀਆ ਦੀ ਜੇਬ ਚੋਂ ਪੈਸਾ ਕੱਢ ਕੇ ਪੰਜਾਬ ਦੇ ਖਿਲਾਫ ਲੋਕ ਭਟਕਾਉਣ ਦੀ ਕੋਸ਼ਿਸ਼ ਕਰਦੇ, ਲੋਕ ਭਰਮ ਪਾਉਣ ਦੀ ਕੋਸ਼ਿਸ਼ ਕਰਦੇ, ਲੇਕਿਨ ਮੈਂ ਨਾ ਭਰਮ ਹੋਣ ਦਵਾਂ, ਨਾ ਭਟਕਾਂ, ਮੈਂ ਮੁੱਦਿਆਂ ਤੇ ਘੜੀਸ ਕੇ ਵਾਪਸ। ਤੇ ਪੰਜਾਬ ਮਾਡਲ 'ਚ ਵੀ ਝਲਕ ਦਿਖਦੀ ਹੈ ਬਿਲਕੁਲ, ਪਰ ਅਸਲ ਹੱਲ ਹੈ ਹੱਲ ਕੀ ਹੈ? ਪੰਜਾਬ ਮਾਡਲ ਇਹ ਨਹੀਂ ਕਹਿੰਦਾ ਵਿਕ ਜਾਣਾ, ਪੰਜਾਬ ਮਾਡਲ ਇਹ ਕਹਿੰਦਾ ਵਿਕ ਜਾਣਾ, ਪਰ ਪੰਜਾਬ ਦੀ ਹਰ ਸਮੱਸਿਆ ਦਾ ਸਮਾਧਾਨ ਫਾਈਨੈਂਸ਼ੀਅਲ ਇਨਕਮ ਜਿਹੜੀ ਕਿ ਪੰਜਾਬ ਦੇ ਕੋਲ ਘਟਦੀ ਜਾ ਰਹੀ ਹੈ, ਇੱਕ ਕਰਜ਼ੇ ਦਾ ਪਹਾੜ ਚੜ੍ਹਦਾ ਜਾ ਰਿਹਾ ਹੈ, ਔਰ ਉਸੇ ਕਰਕੇ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਸੁਲਝ ਨਹੀਂ ਰਹੇ। ਕੇਜਰੀਵਾਲ ਸਾਹਿਬ ਇੱਥੇ ਆ ਕੇ ਕਹਿੰਦੇ ਨੇ ਵੀ ਮੈਂ 25-26 ਲੱਖ ਨੌਕਰੀ ਦੇ ਦੂੰਗਾ, ਤੁਸੀਂ ਪਰਚੀਆਂ ਸੰਭਾਲ ਕੇ ਆਹ ਫਲਾਨੀ ਚੀਜ਼ ਮੈਂ ਫਰੀ ਦੇ ਦੂੰਗੀ। ਹਾਂ, ਹੁਣ ਇੱਕ ਨਵਾਂ ਅਨਾਉਂਸਮੈਂਟ ਕਰਕੇ ਗਏ ਨੇ, ਕੀ ਕਰਕੇ ਗਿਆ ਦੱਸੋ? 16,000 ਮੁਹੱਲਾ ਇਹ ਹੈਲਥ ਤੇ ਐਜੂਕੇਸ਼ਨ ਦੇ ਨਾਲ ਇਹਦੇ ਲਈ ਤੁਹਾਨੂੰ ਇਨਕਮ ਚਾਹੀਦੀ ਹੈ ਮਹਾਰਾਜ। ਤੁਸੀਂ 1 ਲੱਖ ਸਾਹਮਣੇ ਜਿਹੜੀ ਅੱਜ ਪੰਜਾਬ ਦੇ ਵਿੱਚ ਖਾਲੀ ਪਈ ਹੈ ਤੁਸੀਂ ਉਹ ਤੇ ਭਰ ਨਹੀਂ ਸਕੇ। ਪੈਟਰੋਲ ਦੇ ਉੱਤੇ ਇੰਡਾਇਰੈਕਟ ਟੈਕਸ ਕੌਣ ਪੇ ਕਰਦਾ? 35-40 ਰੁਪਏ ਦਾ ਪੈਟਰੋਲ ਹੁੰਦਾ ਹੈ। ਦੁਬਈ ਜਾ ਕੇ ਦੇਖ ਲਓ, ਇੱਥੇ 100 ਹੈ। ਇਹੀ ਮਸਲਾ ਹੈ। ਅਗਲਾ ਸੋਚਦਾ ਹੈ ਕਿ ਭਾਈ ਮੈਂ ਥੋੜਾ ਦੇਣਾ ਇਹਦਾ ਸਟੇਟ, ਲੇਕਿਨ ਸਟੇਟ ਟੈਕਸ ਲਾ ਕੇ ਉਹਨਾਂ ਦੇ ਹੱਕ ਲਾਲ ਦੇ ਪੈਸੇ ਲੈਂਦਾ, ਕਰਜ਼ੇ ਨਾਲ ਕਰਜ਼ਾ, ਔਰ ਜਿਹੜੀ ਚੋਰੀ ਹੋਊਗੀ। ਕਈ ਅਹਿਮ ਸਵਾਲ ਨੇ ਜਿਹੜੇ ਪੰਜਾਬੀਆਂ ਦੇ ਜ਼ਿਹਨ 'ਚ ਵੀ ਨੇ, ਸਾਡੇ ਜ਼ਿਹਨ 'ਚ ਵੀ ਨੇ। ਸਰਦਾਰ ਨਵਜੋਤ ਸਿੰਘ ਸਿੱਧੂ ਹੁਣਾਂ ਤੋਂ ਪੁੱਛਾਂਗੇ ਕਿ 18 ਸੂਤਰੀ ਏਜੰਡਾ ਬਣਨ ਤੋਂ ਬਾਅਦ ਹੁਣ ਤੱਕ ਲਾਗੂ ਕਿਉਂ ਨਹੀਂ ਹੋ ਰਿਹਾ? ਅਜਿਹੇ 'ਚ ਪੰਜਾਬ ਕਿੱਥੇ ਖੜਾ ਹੈ ਤੇ ਇਹਨਾਂ ਸਮੱਸਿਆਵਾਂ ਤੇ ਅੱਜ ਸਿੱਧੂ ਸਾਹਿਬ ਕੀ ਸੋਚਦੇ ਨੇ ਤੇ ਸਿੱਧੂ ਸਾਹਿਬ ਦੀ ਅਸਲ ਲੜਾਈ ਕੀ ਹੈ? ਸਿੱਧੂ ਸਾਹਿਬ ਟੱਲਾ ਸਾਹਿਬ, ਬੜਾ ਅਹਿਮ ਸਵਾਲ ਹੈ। ਦੇਖੋ, ਪੰਜਾਬ ਦੇ ਜਿਹੜੇ ਰੂਹਾਨੀ ਮਸਲੇ ਹਨ ਉਹ ਲਾਅ ਐਂਡ ਆਰਡਰ ਤੇ, ਗੁਰੂ ਸਾਹਿਬ ਦਾ ਇਨਸਾਫ, ਜਿਹੜਾ ਵਲੂੰਦਰੇ ਹਿਰਦਿਆਂ ਚੋਂ ਬਾਰੰਬਾਰ ਇਨਸਾਫ ਦੀ ਗੁਹਾਰ ਕਰਦਾ ਹੈ। ਮਾਵਾਂ ਦੇ ਖੋਏ ਹੋਏ ਪੁੱਤ, ਬਜ਼ੁਰਗਾਂ ਦੀ ਤਾਂਘ ਕਿ ਜਿਹੜਾ ਬਹੁਤ ਕਰੋੜੀ ਡਰੱਗ ਮਾਮਲਾ ਸੀ ਉਹਦਾ ਇਨਸਾਫ ਹੋਣਾ ਚਾਹੀਦਾ ਹੈ, ਕਿਉਂਕਿ ਉਹ ਸਾਡੀ ਅਗਲੀ ਨਸਲ ਨਾਲ ਜੁੜਿਆ ਹੋਇਆ, ਅਗਲੀ ਪੀੜ੍ਹੀ ਨਾਲ ਜੁੜਿਆ ਹੋਇਆ। ਇਹ ਸਭ ਲਾਅ ਐਂਡ ਆਰਡਰ ਦੇ ਮਸਲੇ ਨੇ, ਲੇਕਿਨ ਇਹਨਾਂ ਤੋਂ ਇਲਾਵਾ ਜਿਹੜਾ ਛੱਡ ਕੇ, ਔਰ ਇਹ ਸਭ ਤੋਂ ਅਹਿਮ ਹੈ, ਇਹ ਪ੍ਰਾਇਰਟੀ ਲਿਸਟ 'ਚ ਨੇ ਜੀ, ਜਿਹੜਾ ਹਾਈ ਕਮਾਂਡ ਦਾ ਵੀ ਪ੍ਰਾਇਰਟੀ ਲਿਸਟ ਹੈ, ਲੇਕਿਨ ਇਹਨਾਂ ਤੋਂ ਇਲਾਵਾ ਅਗਰ ਤੁਸੀਂ ਅਸਲੀ ਸੰਘਰਸ਼ ਪੁੱਛੋ, ਅਸਲੀ ਮੁੱਦੇ ਪੁੱਛੋ, ਚਾਹੇ ਉਹ ਰਾਜਨੀਤਿਕ ਹੋ, ਚਾਹੇ ਉਹ ਆਰਥਿਕ ਸੰਘਰਸ਼ ਹੋ, ਤੇ ਚਾਹੇ ਉਹ ਸਮਾਜਿਕ ਸੰਘਰਸ਼ ਹੋ, ਜਿਹੜੀ ਅਸਲੀ ਲੜਾਈ ਹੈ, ਜਿਹੜੀ ਅਸਲੀ ਸੰਘਰਸ਼ ਜਿਹੜਾ ਹੈਗਾ ਉਹ ਇਹ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਲੁੱਟ ਨੂੰ ਰੋਕ ਕੇ ਨਿੱਜੀ ਜੇਬਾਂ ਚੋਂ ਪੈਸਾ, ਚੰਦ ਨਿੱਜੀ ਜੇਬਾਂ ਚੋਂ, ਮਾਫੀਆ ਦੀ ਜੇਬ ਚੋਂ ਪੈਸਾ ਕੱਢ ਕੇ ਪੰਜਾਬ ਦੇ ਖਜ਼ਾਨੇ 'ਚ ਪਾਉਣਾ, ਇਹ ਸਭ ਤੋਂ ਵੱਡਾ ਸੰਘਰਸ਼ ਹੈ। ਔਰ ਮੈਂ, ਤੁਸੀਂ 17 ਸਾਲ ਦੀ ਮੇਰੀ ਜ਼ਿੰਦਗੀ ਦੇਖ ਲਓ, ਮੈਂ ਇਹ 'ਤੇ ਲੜਦਾ ਰਿਹਾ। ਲੋਕ ਭਟਕਾਉਣ ਦੀ ਕੋਸ਼ਿਸ਼ ਕਰਦੇ ਆ, ਲੋਕ ਭਰਮ ਪਾਉਣ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਮੈਂ ਨਾ ਭਰਮਿਤ ਹੋਣ ਦੇਵਾਂ, ਨਾ ਭਟਕਾਂ, ਮੈਂ ਮੁੱਦਿਆਂ ਤੇ ਘੜੀਸ ਕੇ ਵਾਪਸ। ਤੁਹਾਡੇ ਪੰਜਾਬ ਮਾਡਲ 'ਚ ਵੀ ਝਲਕ ਦਿਖਦੀ ਹੈ ਬਿਲਕੁਲ, ਪਰ ਅਸਲ ਹੱਲ ਹੈ ਕੀ? ਹੱਲ ਕੀ ਹੈ ਫਿਰ? ਦੇਖੋ, ਪੰਜਾਬ ਮਾਡਲ ਇਹ ਨਹੀਂ ਕਹਿੰਦਾ ਵਿਕ ਜਾਣਾ ਖਾਲੀ, ਪੰਜਾਬ ਮਾਡਲ ਇਹ ਕਹਿੰਦਾ ਵੀ ਖਜ਼ਾਨਾ ਭਰਨਾ ਕਿਵੇਂ। ਮੁੱਦਾ ਇਹ ਹੈ ਕਿਉਂਕਿ ਤੁਸੀਂ ਅਗਰ ਐਨਾਲਾਈਜ਼ ਕਰੋਗੇ ਪਿਛਲੇ ਕਿੰਨੇ ਅਰਸੇ ਤੋਂ, ਤੁਸੀਂ ਦੇਖੋ ਟੈਕਨੀਕਲ ਗੱਲਾਂ ਨੇ, ਟੈਕਨੋਕਰੈਟ ਕਰੂਗਾ, ਠੀਕ ਹੈ, ਹੋਰ ਇਹੋ ਜਿਹੇ ਮਸਲੇ ਨੇ, ਬਿਊਰੋਕਰੈਟਿਕ ਮਸਲੇ ਨੇ, ਕਿੰਨੇ ਹੀ ਮਸਲੇ ਨੇ, ਉਹ ਟੈਕਨੀਕਲੀ ਪਾਲਿਸੀ ਡਿਸੀਜਨ ਸਾਰਾ ਕੁਝ ਹੋ ਜਾਂਦਾ ਜੀ, ਲੇਕਿਨ ਉਹ ਨੇਪਰੇ ਕਿਉਂ ਨਹੀਂ ਚੜ੍ਹਦੇ, ਉਹ ਐਗਜ਼ੀਕਿਊਟ ਕਿਉਂ ਨਹੀਂ ਹੁੰਦੇ? ਰਾਈਟ, ਉਹ ਅਲੱਗ ਚੀਜ਼ਾਂ ਨੇ। ਉਹ ਐਗਜ਼ੀਕਿਊਟ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਪੰਜਾਬ ਦੀ ਹਰ ਸਮੱਸਿਆ ਦਾ ਸਮਾਧਾਨ ਫਾਈਨੈਂਸ਼ੀਅਲ ਇਨਕਮ ਹੈ ਪੰਜਾਬ ਦੀ, ਜਿਹੜੀ ਕਿ ਪੰਜਾਬ ਦੇ ਕੋਲ ਘਟਦੀ ਜਾ ਰਹੀ ਹੈ। ਇੱਕ ਕਰਜ਼ੇ ਦਾ ਪਹਾੜ ਚੜ੍ਹਦਾ ਜਾ ਰਿਹਾ ਹੈ,
ਔਰ ਉਸੇ ਕਰਕੇ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਸੁਲਝ ਨਹੀਂ ਰਹੇ। ਤੁਸੀਂ ਬਿਜਲੀ ਦੀ ਗੱਲ ਕਰੋ, ਕੋਈ ਟੈਕਨੀਕਲ ਗੱਲਾਂ ਨੇ ਵੀ ਤੁਸੀਂ 200 ਯੂਨਿਟ ਦੇਣੇ, 300 ਯੂਨਿਟ ਦੇਣੇ, ਜਾਂ ਤੁਸੀਂ 10 ਰੁਪਏ ਤੋਂ ਬਿਜਲੀ PPA ਰੱਦ ਕਰਕੇ ਤੁਸੀਂ ਉਹਨੂੰ 3 ਰੁਪਏ ਤੋਂ 5 ਰੁਪਏ ਕਰਨਾ, ਠੀਕ ਹੈ ਜੀ, ਜਾਂ ਤੁਸੀਂ ਇੱਕ ਫਿਕਸਡ ਸਬਸਿਡੀ ਦੇਣੀ ਹੈ, ਚਲੋ ਜੀ 1000 ਰੁਪਏ ਹਰੇਕ ਘਰ ਨੂੰ ਦੇ ਦੇਣਗੇ, ਹਰ ਬੰਦੇ ਨੂੰ ਉਨੀ ਸਬਸਿਡੀ ਦੇਣੀ ਹੈ। ਇਹ ਟੈਕਨੀਕਲ ਮਸਲੇ ਨੇ ਜੀ ਡੱਲਾ ਸਾਹਿਬ, ਠੀਕ ਹੈ। ਹੋਰ ਮੁੱਦਾ ਲਿਆਓ ਤੁਸੀਂ ਇਸ ਤੋਂ ਬਾਅਦ, ਜਿਹੜੇ ਮੁੱਦੇ ਜਿਵੇਂ ਆਪਣੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀ, ਠੀਕ, ਅੰਬੇਡਕਰ ਸਕੀਮ ਲਾਂਚ ਕੀਤੀ ਪਿਛਲੀ ਵਾਰ ਸਰਕਾਰ ਨੇ 1 ਸਾਲ ਪਹਿਲਾਂ, ਲੇਕਿਨ ਪੰਜਾਬ ਸਰਕਾਰ ਦੇ ਨਹੀਂ ਸਕੀ। ਕਿਉਂ ਨਹੀਂ ਦੇ ਸਕੀ? ਟੈਕਨੀਕਲ ਮਸਲਾ ਨਹੀਂ ਸੀ, ਉਹ ਇਨਕਮ ਦਾ ਮਸਲਾ ਹੈ, ਇਨਕਮ ਦਾ ਮਸਲਾ ਹੈ। 50-50 ਹਜ਼ਾਰ ਦੇ ਬਾਲੇ ਗਰੀਬਾਂ ਨੂੰ ਦੇਣੇ ਨੇ, ਜਾਂ ਦਲਿਤ ਵੀਰਾਂ ਨੂੰ ਅਸੀਂ ਪਲਾਟ ਦੇਣੇ 5-5 ਮਰਲੇ ਵਾਲੇ, ਠੀਕ ਹੈ ਜੀ, ਉਹ ਵੀ ਟੈਕਨੀਕਲ ਮਸਲੇ ਨੇ। ਲੇਕਿਨ ਅਸਲ ਮਸਲਾ ਕੀ ਹੈ ਜੀ? ਕੇਜਰੀਵਾਲ ਸਾਹਿਬ ਇੱਥੇ ਆ ਕੇ ਕਹਿੰਦੇ ਨੇ ਵੀ ਮੈਂ 25-26 ਲੱਖ ਨੌਕਰੀਆਂ ਦੇ ਦੂੰਗਾ, ਤੁਸੀਂ ਪਰਚੀਆਂ ਸੰਭਾਲ ਕੇ ਰੱਖੋ, ਹਾਂਜੀ, ਪਰਚੀਆਂ ਸੰਭਾਲ ਕੇ ਰੱਖੋ, ਆਹ ਫਲਾਨੀ ਚੀਜ਼ ਮੈਂ ਫ੍ਰੀ ਦੇ ਦੂੰਗਾ, ਹਾਂਜੀ। ਆਹ ਹੁਣ ਇੱਕ ਨਵਾਂ ਅਨਾਉਂਸਮੈਂਟ ਕਰਕੇ ਗਏ ਨੇ, ਕੀ ਕਰਕੇ ਗਏ ਦੱਸੋ? 16,000 ਮੁਹੱਲਾ ਕਲੀਨਿਕ ਬਣਾ ਦੂੰਗਾ, ਠੀਕ ਹੈ। ਇਹ ਹੈਲਥ ਤੇ ਐਜੂਕੇਸ਼ਨ ਦੇ ਨਾਲ, ਤੁਸੀਂ ਐਜੂਕੇਸ਼ਨ ਦੀ ਤੁਹਾਨੂੰ ਮੈਂ ਗੱਲ ਕੀਤੀ ਵੀ ਦਲਿਤ ਬੱਚੇ ਕਿਉਂ ਨਹੀਂ ਸਕੂਲਾਂ ਦੇ ਵਿੱਚ ਜਾ ਸਕਦੇ, ਮੁਲਾਜ਼ਮ ਕੱਚੇ, ਇਹਦੇ ਲਈ ਤੁਹਾਨੂੰ ਇਨਕਮ ਚਾਹੀਦੀ ਹੈ ਮਹਾਰਾਜ। ਤੁਸੀਂ 1 ਲੱਖ ਅਸਾਮੀ ਜਿਹੜੀ ਅੱਜ ਪੰਜਾਬ ਦੇ ਵਿੱਚ ਖਾਲੀ ਪਈ ਹੈ ਡੱਲਾ ਸਾਹਿਬ, ਤੁਸੀਂ ਉਹ ਤੇ ਭਰ ਨਹੀਂ ਸਕੇ, ਠੀਕ ਹੈ। ਕਿਉਂ ਨਹੀਂ ਭਰ ਸਕੇ? ਕਿਉਂਕਿ ਫਰਕ ਹੈ ਬਹੁਤ। ਇਹ ਕੋਈ ਆਤਮ ਨਿਰਭਰ ਸੂਬਾ ਨਹੀਂ ਰਹਿ ਗਿਆ। ਵੇਖੋ ਸੌਫਟ ਲੋਨਸ ਨੇ, ਬਿਲਡਿੰਗਾਂ ਮਿਊਨਿਸਪਲ ਕਮੇਟੀ ਦੀਆਂ ਹੋਰ ਸੌਫਟ, ਉਹਨਾਂ ਨੂੰ ਪੂਰਾ ਗਿਰਵੀ ਧਰਿਆ ਹੋਇਆ ਹੈ, ਪੰਜਾਬ ਹੀ ਗਿਰਵੀ ਧਰਿਆ ਹੋਇਆ ਹੈ। ਪਿਛਲੀਆਂ ਸਰਕਾਰਾਂ ਨੇ ਪੰਜਾਬ ਗਿਰਵੀ ਧਰਤਾ ਮਹਾਰਾਜ। ਟੂਰਿਜ਼ਮ ਦੇ ਕਈ ਹੋਟਲ ਗਿਰਵੀ ਧਰੇ, ਹੋਟਲ ਗਿਰਵੀ ਧਰੇ, ਆਪਦੇ ਨਹੀਂ, ਜਿਹੜੇ ਸਰਕਾਰੀ ਜ਼ਮੀਨਾਂ ਗਿਰਵੀ ਧਰੀਆਂ ਹੋਈਆਂ ਨੇ, ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈ, ਰਾਈਟ। ਕਰਜ਼ਾ ਲੈ ਕੇ ਅਸੀਂ ਕਰਜ਼ਾ ਮੋੜ ਰਹੇ ਹਾਂ, ਠੀਕ ਹੈ। ਅੱਛਾ, ਪੰਜਾਬ ਦੇ ਲੋਕ ਸੋਚਦੇ ਨੇ ਵੀ ਖਮੀ ਅਸੀਂ ਵਾਂਝੇ ਹਾਂ ਇਸ ਕਰਜ਼ੇ ਤੋਂ, ਇਹ ਕਰਜ਼ਾ ਤਾਂ ਮਤਲਬ ਸਟੇਟ ਦੇ ਉੱਤੇ ਹੈ, ਇਸ ਕਰਕੇ ਅਸੀਂ ਵਾਂਝੇ ਹਾਂ, ਸਾਨੂੰ ਇਹਦੀ ਕੋਈ ਫਿਕਰ ਨਹੀਂ। ਗਲਤ ਹੈ, ਕਿਉਂਕਿ ਉਹ ਪੰਜਾਬ ਦੇ ਲੋਕਾਂ ਤੋਂ ਹੀ ਵਸੂਲਿਆ ਜਾ ਰਿਹਾ ਭਾਜੀ। ਦੇਖੋ ਜਿਹੜਾ ਟੋਲ ਲੱਗਦਾ ਕੌਣ ਪੇ ਕਰਦਾ? ਅਸੀਂ ਕਰਦੇ ਹਾਂ, ਅਸੀਂ ਪੇ ਕਰ ਰਹੇ ਹਾਂ ਨਾ, ਬਿਲਕੁਲ ਕਰ ਰਹੇ ਹਾਂ। ਅੱਛਾ, ਪੈਟਰੋਲ ਦੇ ਉੱਤੇ ਇਨਡਾਇਰੈਕਟ ਟੈਕਸ ਹੈ, ਕੌਣ ਪੇ ਕਰਦਾ? 35-40 ਰੁਪਏ ਦਾ ਪੈਟਰੋਲ ਹੈ, ਦੁਬਈ ਤੁਸੀਂ ਜਾ ਕੇ ਦੇਖ ਲਓ, ਇੱਥੇ 100 ਦਾ ਹੈ। ਸਾਡੇ ਡੀਜ਼ਲ ਵੀ 100 ਦੇ ਨੇੜੇ ਹੈ ਮਹਾਰਾਜ। 9 ਰੁਪਏ ਦਾ ਸੀਗਾ 92 'ਚ, 5 ਰੁਪਏ ਦਾ, ਸਮਝ ਰਹੇ ਹੋ? ਤੁਸੀਂ ਹਿਸਾਬ ਲਾਓ ਕਿੱਥੇ ਚਲੇ ਗਏ। ਇਹ ਇਨਡਾਇਰੈਕਟ ਟੈਕਸ ਕੌਣ ਪੇ ਕਰ ਰਿਹਾ ਮਹਾਰਾਜ? ਇਹ ਪੰਜਾਬ ਸਰਕਾਰ ਨੂੰ ਮਜਬੂਰੀ 'ਚ ਉਹਨਾਂ ਤੋਂ ਲੈਣਾ ਪੈਂਦਾ ਹੈ। ਇਹੀ ਮਸਲਾ ਹੈ। ਅਗਲਾ ਸੋਚਦਾ ਹੈ ਕਿ ਭਾਈ ਮੈਂ ਥੋੜ੍ਹਾ ਨਹੀਂ ਦੇਣਾ, ਇਹ ਤਾਂ ਸਟੇਟ ਨੇ ਦੇਣਾ, ਲੇਕਿਨ ਸਟੇਟ ਟੈਕਸ ਲਾ ਕੇ ਉਹਨਾਂ ਦੇ ਹੱਕ ਹਲਾਲ ਦੇ ਪੈਸੇ ਲੈਂਦਾ, ਕਰਜ਼ੇ ਨਾਲ ਕਰਜ਼ਾ, ਔਰ ਜਿਹੜੀ ਚੋਰੀ ਹੈ ਉਹ ਚਲੀ ਨਹੀਂ। ਇਸ ਕਰਕੇ ਮੈਂ ਪਾਲਿਸੀਆਂ ਦਿੰਦਾ ਸੀ। ਮੈਂ ਭਾਈ ਰੇਤ ਦੀ ਪਾਲਿਸੀ ਦਿੱਤੀ, ਸ਼ਰਾਬ ਦੀ ਪਾਲਿਸੀ ਦਿੱਤੀ, ਹਾਂਜੀ। ਇਹ ਕਿਹਾ ਵੀ ਕੇਵਲ ਇੱਕ ਬੰਦੇ ਦੇ ਹੱਥ 'ਚ ਹੈ, ਜੇ ਉਹ ਸਟੇਟ ਦੇ ਹੱਥ 'ਚ ਹੋਵੇ ਉਹ ਕਰੋੜਾਂ ਰੁਪਇਆਂ ਦਾ ਬਿਜ਼ਨਸ, ਮਤਲਬ 5-7 ਹਜ਼ਾਰ ਕਰੋੜ, ਮਤਲਬ ਬਲੈਕਮੇਲ ਕਰਕੇ ਹੀ ਉਹ ਜਿਹੜੀ ਕੇਬਲ ਹੈ ਜਿਹੜੀ ਤੁਸੀਂ ਪਾਈ ਹੈ ਸਰਕਾਰੀ ਜ਼ਮੀਨ ਦੇ ਉੱਤੇ, ਸਰਕਾਰੀ ਹੈ, ਠੀਕ ਹੈ। ਗੰਨੇ ਚੁੱਪਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਛ, ਸਟੇਟ ਮਰਦਾ ਹੈ। ਇਸ ਕਰਕੇ ਜਿਹੜੀ ਸਭ ਤੋਂ ਅਹਿਮ ਗੱਲ ਹੈ ਡੱਲਾ ਸਾਹਿਬ, ਕਿ ਭਾਈ ਜਿਹੜੇ ETT ਟੀਚਰ ਨੇ ਕਿਉਂ ਭਟਕ ਰਹੇ ਨੇ, ਉਹ ਕਿਉਂ ਮਤਲਬ 10,000 ਦੇ ਵਿੱਚ ਫੈਕਲਟੀ ਹੈ, ਇੱਕ ਗੁਰੂ ਦਾ ਦਰਜਾ ਸਭ ਤੋਂ ਵੱਡਾ ਹੁੰਦਾ, ਠੀਕ। ਉਹ 10,000 ਰੁਪਏ ਦੇ ਵਿੱਚ ਜੁਆਇਨ ਕਰਦਾ, ਉਹਦਾ ਗੁਜ਼ਾਰਾ ਹੋ ਜਾਊਗਾ। ਵਿਆਹ ਨਵਾਂ ਕੀਤਾ ਹੋਇਆ, 40-50 ਹਜ਼ਾਰ ਰੁਪਏ ਚਾਹੀਦਾ ਉਹਨੂੰ, ਉਹ ਤੜਫਦਾ ਹੈ, ਠੀਕ ਹੈ। ਜਿਹੜੇ ਕੰਟਰੈਕਟ ਬੇਸਿਸ ਦੇ ਉੱਤੇ ਇੰਪਲੋਈ, ਉਹ ਕਿਉਂ ਕੰਟਰੈਕਟ ਬੇਸਿਸ ਤੇ ਨੇ? ਜਦ ਜਾਓ ਖੜ ਦਿਓ, ਪੱਕੇ ਕਿਉਂ ਨਹੀਂ ਹੁੰਦੇ? ਪੰਜਾਬ ਮਾਡਲ 'ਚ ਹੱਲ ਦਿਖਦਾ, ਹੱਲ ਮੈਂ ਕਿਹਾ ਇਹੀ ਦੇਖੋ, ਮੇਰੀ ਗੱਲ ਨੂੰ ਸੁਣੋ। ਪੰਜਾਬ ਮਾਡਲ ਕੀ ਕਹਿੰਦਾ ਹੈ ਕਿ ਭਾਈ ਕਾਰਪੋਰੇਸ਼ਨਾਂ ਬਣਾਓ 4-5, ਤੁਸੀਂ ਸ਼ਰਾਬ ਨੂੰ, ਡਿਸਟਿਲਰੀਆਂ ਜਿਹੜੀਆਂ ਨੇ ਉਹ ਸਰਕਾਰੀ ਹੋਣ, 60-70 ਹਜ਼ਾਰ ਬੰਦਿਆਂ ਨੂੰ ਨੌਕਰੀ ਮਿਲਦੀ ਹੈ ਸਿੱਧੀ ਤਾਮਿਲਨਾਡੂ 'ਚ। 2002 ਦੇ ਵਿੱਚ ਤਾਮਿਲਨਾਡੂ ਤੇ ਪੰਜਾਬ ਇੱਕ ਬਰਾਬਰ 2.5-3 ਹਜ਼ਾਰ ਕਰੋੜ ਕਮਾਉਂਦੇ ਸੀ, ਅੱਜ ਉਹ 36,000 ਕਰੋੜ ਰੁਪਇਆ ਕਮਾਉਂਦੇ ਆ ਸਰ, 15% ਇਨਕਰੀਜ਼। ਪੰਜਾਬ ਕਿੰਨਾ ਕਮਾਉਂਦਾ ਹੈ? 3,000 ਕਰੋੜ। ਉਹੀ 400-500 ਕਰੋੜ ਦੀ ਲੜਾਈ ਉਹ ਲੜਦੇ ਆ, ਸਿੱਧੀ 2-2 ਹਜ਼ਾਰ ਕਰੋੜ ਦੀ ਲੜਾਈ, ਔਰ ਵੱਧਦਾ ਹੈ ਉਸ ਤਰ੍ਹਾਂ। ਮੇਰੀ ਗੱਲ ਨੂੰ ਸਮਝੋ, ਇਹ ਕਿਉਂ ਨਹੀਂ ਹੋ ਸਕਦਾ ਜੀ ਇੱਥੇ?
ਲਾਇਸੈਂਸਾਂ ਚੋਂ ਨਿਕਲਦਾ, ਹੋਰ ਵੈਟ ਕਿਉਂ ਲੱਗ ਸਕਦਾ ਜੀ ਇੱਥੇ? ਸਮਝ, ਕੱਲੇ ਇੱਕ ਮਹਿਕਮੇ ਦੇ ਵਿੱਚੋਂ ਹੀ ਤੁਸੀਂ ਇੰਨਾ ਪੈਸਾ ਕੱਢ ਸਕਦੇ ਹੋ ਕਿ ਪੰਜਾਬ ਦਾ ਕਰਜ਼ਾ ਵੀ ਮੁੜ ਜਾਵੇ, ਔਰ ਇਹਨਾਂ ਬੱਚਿਆਂ ਨੂੰ, ਇਹਨਾਂ ਅਧਿਆਪਕਾਂ ਨੂੰ ਜਿਹੜੇ ਸੜਕਾਂ ਦੇ ਉੱਤੇ ਫਿਰਦੇ ਆ ਰੋਜ਼ ਲਾਉਂਦੇ ਆ, ਇਹਨਾਂ ਨੂੰ ਉਹ ਇਨਕਮ ਜਿਹੜੀ ਹੈ, ਜਿਵੇਂ ਬੱਦਲ ਦੇਖਿਆ, ਬੱਦਲ ਸਮੁੰਦਰ ਚੋਂ ਪਾਣੀ ਲੈਂਦਾ ਤੇ ਧਰਤੀ ਤੇ ਭਰਾਉਂਦਾ ਤੇ 3-4 ਗੁਣਾ ਕਰਕੇ ਮੋੜ ਦਿੰਦਾ। ਇਹ ਹੋ ਸਕਦਾ ਹੈ, ਇਹ ਬਿਲਕੁਲ ਸੰਭਵ ਹੈ ਗੱਲਾਂ ਸਾਹਿਬ। ਇਹ ਲੜਾਈ ਰੇਤੇ ਚੋਂ ਵੇਖੋ, ਰੇਤਾ ਹੁਣ ਜਦੋਂ ਰੇਤੇ ਦਾ ਮਸਲਾ ਆਉਂਦਾ 40 ਕਰੋੜ ਰੁਪਏ ਜਮ੍ਹਾਂ ਕਰਾਇਆ 10 ਸਾਲ, ਨਾ 39 ਨਾ 41, ਠੀਕ ਹੈ। ਕਿਉਂ? ਕਿਉਂਕਿ ਨਾ ਤੇ ਨੀਤੀ ਸੀ ਤੇ ਨਾ ਨੀਅਤ ਸੀ ਜੀ, ਆਪਦਾ ਪਰਸਨਲ ਇਨਕਮ ਦੇ ਵਾਸਤੇ ਉਹਨੂੰ ਯੂਜ਼ ਕੀਤਾ ਗਿਆ, ਠੀਕ ਹੈ ਜੀ। 40 ਕਰੋੜ ਰੁਪਇਆ 10 ਸਾਲ ਅਕਾਲੀ ਸਰਕਾਰ, ਅਸੀਂ ਵਧਾ ਕੇ ਉਹਨੂੰ 250 ਕਰੋੜ ਕਰਤਾ, 200 ਕਰਤਾ, 250 ਕਰੋੜ ਕਰਤਾ। ਹੁਣ ਤੁਸੀਂ ਦੇਖੋ, ਤੇਲੰਗਾਨਾ ਵਰਗਾ ਸੂਬਾ 10 ਕਰੋੜ ਰੁਪਏ ਠੇਕੇਦਾਰੀ ਚੋਂ ਕਮਾਉਂਦਾ ਸੀ ਪਹਿਲੇ ਸਾਲ, ਠੇਕੇਦਾਰੀ ਮਟਾਈ, ਜਿੰਨੇ ਸਟੇਟ ਦਾ ਰਿਸੋਰਸ ਹੈਗਾ ਸਟਾਕ ਯਾਰਡ ਬਣਾਏ, ਆਨਲਾਈਨ ਬਿਡਿੰਗ ਦੇ ਉੱਤੇ ਰੇਤਾ ਵੇਚਣਾ ਸ਼ੁਰੂ ਕੀਤਾ, ਹਜ਼ਾਰਾਂ ਯੁਵਕਾਂ ਨੂੰ ਨੌਕਰੀ ਦਿੱਤੀ, 70,000 80,000 ਨੌਜਵਾਨਾਂ ਨੂੰ ਨੌਕਰੀ ਦਿੱਤੀ। ਰੇਤਾ ਆਨਲਾਈਨ ਵੇਚਿਆ, ਪਹਿਲੇ ਸਾਲ 300 ਕਰੋੜ, ਦੂਜੇ ਸਾਲ 700 ਕਰੋੜ, ਤੀਜੇ ਸਾਲ 1200 ਕਰੋੜ, 2400 ਕਰੋੜ ਰੁਪਈਆ 3 ਸਾਲਾਂ ਦੇ ਵਿੱਚ ਕਮਾ ਲਿਆ। ਮਹਾਰਾਜ, ਜਿੰਨਾ ਅਕਾਲੀ ਸਰਕਾਰ ਨੇ 1 ਸਾਲ ਦੇ ਵਿੱਚ ਰੇਤਾ ਜਮ੍ਹਾਂ ਕਰਾਇਆ, ਉਹ 1 ਹਫ਼ਤੇ 'ਚ ਕਮਾਇਆ 47 ਕਰੋੜ ਰੁਪਏ 1 ਹਫ਼ਤੇ 'ਚ। ਸਾਡੇ ਕੋਲ 3 ਦਰਿਆ, ਉਹਨਾਂ ਕੋਲ 1 ਦਰਿਆ। ਕੋਈ ਬੰਦਾ ਇਹਨਾਂ ਗੱਲਾਂ ਨੂੰ ਮੰਨੂਗਾ? ਹੁਣ ਪਾਲਿਸੀ ਡਿਸੀਜਨ ਨੇ, ਟੈਕਨੀਕਲ ਡਿਸੀਜਨ, ਭਾਈ ਰੇਤਾ ਫਰੀ। ਕਿਹਦੇ ਵਾਸਤੇ ਫਰੀ? ਰੇਤਾ ਫਰੀ ਉਹਦੇ ਵਾਸਤੇ ਹੈ ਜਿਹਨੇ ਚੱਕਣਾ, ਜਾਂ ਰੇਤਾ ਫਰੀ ਉਹਦੇ ਵਾਸਤੇ ਕਰ ਰਹੇ ਹੋ ਜਿਹਨੇ ਵਰਤਣਾ? ਇਹ ਤਾਂ ਤੁਸੀਂ ਚੱਕਣ ਵਾਲੇ ਵਾਸਤੇ ਕਰ ਰਹੇ ਹੋ, ਕਿਉਂਕਿ ਚੱਕ ਕੇ ਉਹੀ ਲਿਜਾਊਗਾ ਨਾ ਜੀ ਕੋਈ ਟਿੱਪਰ ਨੇ। ਚਲੋ 4 ਖੇਤਾਂ ਦੇ ਵਿੱਚ ਠੀਕ ਹੈ, ਪੈ ਟਰਾਲੀਆਂ ਨੇ, ਜਿਹਨਾਂ ਕੋਲ ਟਰਾਲੀਆਂ ਨੇ, ਇਹਨਾਂ ਕੋਲ ਟਿੱਪਰ ਨੇ, ਉਹ ਸੁਵਿਧਾ ਆਮ ਬੰਦੇ ਕੋਲ ਥੋੜਾ ਨੇ। ਭਾਈ ਤੁਸੀਂ ਰੇਟ ਫਿਕਸ ਕਰੋ ਨਾ। ਤੁਸੀਂ ਸ਼ਰਾਬ ਦਾ ਰੇਟ ਫਿਕਸਡ ਹੈ ਕਿ ਨਹੀਂ ਹੈ? ਬਿਲਕੁਲ, ਬੋਤਲ ਦਾ ਕਮਿਸ਼ਨ ਫਿਕਸ ਕਰਦੇ ਆ, ਕੋਲੇ ਦਾ ਰੇਟ ਕਮਿਸ਼ਨ ਫਿਕਸ ਕਰਦੇ ਆ ਨਾ ਮਹਾਰਾਜ, ਰੇਟ ਫਿਕਸ ਹੈ। ਦੱਸੋ ਰੇਤੇ ਦਾ ਰੇਟ ਕਿਉਂ ਫਿਕਸ ਨਹੀਂ ਕੀਤਾ? ਤੁਸੀਂ ਸਪਲਾਈ ਤੁਹਾਡੇ ਕੋਲ 170 ਸਾਲ ਦੀ ਹੈ, 3 ਦਰਿਆ ਨੇ ਸਰ, ਭਾਵੇਂ ਡਿਸਿਲਟਿੰਗ ਹੋਵੇ ਭਾਵੇਂ ਐਂਡ ਤੱਕ। ਤਾਂ ਹੀ ਤਾਂ ਮੈਂ ਕਹਿੰਦਾ ਵੀ ਮਾਫੀਆ ਰਾਜ, ਇਹ ਮਾਫੀਆ ਰਾਜ ਪੰਜਾਬ ਦੇ ਨਕਸ਼ੇ ਤੋਂ ਖਤਮ ਕਰਨਾ, ਸਭ ਨਾਲ ਸਲਾਹ ਕਰਕੇ। ਮਹਾਰਾਜ, ਪਾਪੀ ਥੋੜਾ ਨਾ ਮਾਰਨੇ, ਪਾਪ ਮਾਰਨਾ। ਕਿਵੇਂ ਮਰੂਗਾ? ਨੀਅਤ ਤੇ ਨੀਤੀ ਦੇ ਨਾਲ ਮਰੂਗਾ। ਨੀਤੀ ਕਿਹੜੀ ਹੈ? ਵੀ ਭਾਈ there is nothing called ਦੀ ਸੈਂਡ ਮਾਈਨਿੰਗ ਮਾਫੀਆ। ਸੈਂਡ ਮਾਈਨਿੰਗ ਮਾਫੀਆ ਕੁਝ ਨਹੀਂ ਹੈ। ਮਾਫੀਆ ਕੀ ਹੈ? ਟਰਾਂਸਪੋਰਟ ਮਾਫੀਆ। ਇਸ ਕਰਕੇ ਜਦੋਂ ਆਂਧਰਾ ਪ੍ਰਦੇਸ਼ ਨੇ ਰੇਤਾ ਫਰੀ ਕੀਤਾ ਸੀ, ਭਾਈ 100 ਕਰੋੜ ਐਨਜੀਟੀ ਨੇ ਜੁਰਮਾਨਾ ਲਾਇਆ ਤੇ ਅਕਲ ਟਿਕਾਣੇ ਆ ਗਈ, 400-500 ਕਰੋੜ ਦਾ ਘਾਟਾ ਪਿਆ, ਤੇ ਮੌਜ ਕਿਹਨੇ ਬਣਾਈ? ਮਾਫੀਆ ਨੇ। ਇਹਦਾ ਮਤਲਬ ਤੁਸੀਂ ਚੁੱਕਣ ਵਾਲੇ ਨੂੰ ਫ੍ਰੀ ਕਰ ਰਹੇ ਹੋ ਰੇਤਾ, ਉਹ ਚੁੱਕ ਕੇ ਜਿਹੜੇ ਮਰਜ਼ੀ ਭਾਅ ਵਿੱਚ। ਕਿਹੜਾ ਭਾਅ ਫਿਕਸ ਕੀਤਾ ਤੁਸੀਂ? ਜਦੋਂ ਤੁਹਾਡੀ ਸਪਲਾਈ ਫਿਕਸ ਹੋ ਗਈ ਔਰ ਰੇਟ ਫਿਕਸ ਹੋ ਗਿਆ 1000 ਰੁਪਏ, ਔਰ ਤੁਸੀਂ ਉਹਨੂੰ ਆਨਲਾਈਨ ਦੇਤਾ, ਸਮੱਸਿਆ ਦਾ ਸਮਾਧਾਨ ਹੋ ਗਿਆ। ਇਸ ਕਰਕੇ ਕਹਿੰਦਾ ਵੀ 1000 ਰੁਪਏ ਰੇਤੇ ਦੀ ਟਰਾਲੀ ਕਰ ਲਓ। ਭਾਈ, ਜਦੋਂ ਤੁਸੀਂ ਸਪਲਾਈ ਰੋਕਦੇ ਹੋ, ਤੁਸੀਂ ਕਦੇ 4000 ਦੀ ਟਰਾਲੀ ਵੇਚਦੇ ਹੋ, ਤੁਸੀਂ ਕਦੇ 5000 ਦੀ ਟਰਾਲੀ ਦੇ। ਮੈਂ ਅਕਾਲੀ ਸਰਕਾਰ 10,000 ਤੋਂ ਉੱਤੇ ਟਰਾਲੀਆਂ ਵਿਕਦੀਆਂ ਵੇਖੀ ਜੀ। ਕਿਉਂ ਭਾਈ? ਫਿਰ ਜਿਹੜੀਆਂ ਰੇਤਾ ਸੜਕਾਂ 'ਤੇ ਯੂਜ਼ ਹੁੰਦਾ ਹੈ, ਫਿਰ ਬਿਲਡਿੰਗਾਂ 'ਤੇ ਯੂਜ਼ ਹੁੰਦਾ, ਸਰਕਾਰੀ ਉਹਨਾਂ 'ਤੇ ਯੂਜ਼ ਹੁੰਦਾ। ਜਦੋਂ ਉੱਥੇ ਯੂਜ਼ ਹੁੰਦਾ, ਕੋਈ ਪਰਚੀ ਹੈ? ਉੱਥੇ ਲਿਖਿਆ ਹੋਇਆ ਵੀ ਸਰਕਾਰੀ ਮਾਈਨ 'ਚੋਂ ਰੇਤਾ ਆਊਗਾ ਔਰ ਸਰਕਾਰੀ ਮਾਈਨ 'ਚੋਂ ਹੀ ਲੈਣਾ, ਔਰ ਉਹਦੀ ਪਰਚੀ ਦਾ ਦਿਖਾਓ ਮੈਨੂੰ ਅੱਜ ਤੱਕ ਕਿਸੇ ਕੋਲ ਪਰਚੀ ਹੈ? ਮੈਂ ਕਹਿੰਦਾ ਇਹ ਨੀਤੀ ਮਤਲਬ ਫਾਲਟੀ ਇਸੇ ਕਰਕੇ ਹੋ ਗਈ ਵੀ ਮਨਸ਼ਾ ਪੈਸੇ ਜੇਬ 'ਚ ਪਾਉਣ ਦੀ ਹੈ, ਸਰਕਾਰੀ ਖਜ਼ਾਨੇ 'ਚ ਪਾਉਣ ਦੀ ਹੈ। ਜਿੰਨੇ ਟਿੱਪਰ ਚੱਲਦੇ ਹੈ, ਨਾ ਰੇਟ ਹੈ, ਨਾ ਵੇਟ ਹੈ, ਨਾ ਡੇਟ ਹੈ। ਕਰੋ ਇੰਪਾਊਂਡ, ਕੋਈ 25,000 ਦੇ ਰੇਤੇ ਖਾਤਰ 1 ਕਰੋੜ ਦਾ ਟਰੱਕ ਇੰਪਾਊਂਡ ਕਰਾ ਲਓ। ਅਕਾਲੀ ਸਰਕਾਰ ਨੇ ਕੀਤਾ, ਅਜੇ ਤੱਕ ਨੋਟੀਫਾਈ ਨਹੀਂ ਹੋਇਆ। ਨੋਟੀਫਾਈ ਕਰਕੇ ਵੀ ਉਹ ਲਾਗੂ ਨਹੀਂ ਹੋਇਆ। ਹਾਂਜੀ, ਤੁਸੀਂ ਦੇਖੋ ਨਾ, ਇਹ ਜਿਹੜੀ ਪਾਲਿਸੀ ਕੰਪਲਾਇੰਸ ਤੇ ਬੜਾ ਵੱਡਾ ਸਵਾਲ ਹੈ। ਲਾਗੂ ਪਾਲਿਸੀਆਂ, ਨੀਤੀਆਂ ਲਾਗੂ ਅੱਲਾ ਸਾਹਿਬ ਅੱਛੀ ਇੰਟੈਂਟ ਹੋਵੇ, ਜੇ ਉਹਨੂੰ ਐਗਜ਼ੀਕਿਊਟ ਹੀ ਨਾ ਕਰ ਸਕੋ, ਜੇ ਉਹਨੂੰ ਟੈਕਨੀਕਲ ਗੱਲਾਂ 'ਤੇ ਹੀ ਸੀਮਿਤ ਰੱਖਦੇ ਹੋ, ਜੇ ਉਹਨੂੰ ਲੋਲੀਪੌਪ ਪੰਜਾਬ ਦੇ ਲੋਕਾਂ ਨੂੰ ਵੰਡਣ ਦੇ ਉੱਤੇ ਕਰਦੇ ਆ, ਆਹ ਜੀ ਆਹ ਲੈ ਲਓ, ਆਹ ਜੀ ਆਹ ਲੈ ਲਓ, ਆਹ ਲੈ ਲਓ। ਫਿਰ ਮੈਨੂੰ ਇਹ ਦੱਸੋ, ਇਹ ਆਖਰੀ 4 ਮਹੀਨਿਆਂ 'ਚ 5 ਮਹੀਨਿਆਂ 'ਚ ਕਿਉਂ ਹੁੰਦਾ? ਇਹ ਭਾਈ ਪਹਿਲੇ 4.5 ਸਾਲ ਕਿਉਂ ਨਹੀਂ ਹੁੰਦਾ? ਜਿਹੜਾ ਪੇ ਕਮਿਸ਼ਨ ਹੈ ਉਹ ਪਹਿਲੇ 4.5 ਸਾਲ ਕਿਉਂ ਨਹੀਂ ਉਹ ਹੋਇਆ? ਲੱਖਾਂ ਨੌਜਵਾਨ ਮੇਰੇ ਕੋਲ ਆ ਕੇ ਮਿਲ ਕੇ, ਮੈਂ ਉਹਨੂੰ ਕਹਿੰਦਾ ਭਾਈ ਮੈਂ ਤੁਹਾਨੂੰ ਝੂਠਾ ਲੋਲੀਪੌਪ ਨਹੀਂ, ਹਕੀਕਤ ਇਹ ਹੈ।
ਇਹ ਤੇ ਆਓ, ਇਹ ਤੇ ਖਾਓ। ਸੋ ਚਾਹੇ ਮੈਂ ਤਾਂ ਕਾਨੂੰਨ ਲੈ ਕੇ ਆਇਆ ਸੀ ਕੇਬਲ ਦੇ। ਸਰਕਾਰੀ ਪਾਲਿਸੀਆਂ ਬਹੁਤ ਤੁਸੀਂ ਪਹਿਰੇਦਾਰੀ ਕੀਤੀ, ਬਹੁਤ ਸੁਝਾਅ ਵੀ ਦਿੱਤੇ। ਹੁਣ ਨਵਜੋਤ ਸਿੰਘ ਸਿੱਧੂ ਦੀ ਲੜਾਈ ਕਿਸ ਰੂਪ ਚ ਅੱਗੇ ਵਧੂ? ਕਿਉਂਕਿ ਹਰ ਪੰਜਾਬੀ ਤੁਹਾਡੇ ਤੇ ਭਰੋਸਾ ਵੀ ਬਹੁਤ ਕਰਦਾ। ਦੇਖੋ, ਕੋਈ ਵੀ ਜਦੋਂ ਤੁਸੀਂ ਸਿਸਟਮ ਨੂੰ ਚੇਂਜ ਕਰਨਾ, ਤੁਹਾਡੀ ਕਿਸੇ ਇੰਡੀਵਿਜੂਅਲ ਨਾਲ ਲੜਾਈ ਨਹੀਂ ਹੈ ਜੀ। ਗੱਲ ਸਭ ਪਹਿਲਾਂ ਤਾਂ ਇਹ ਸਮਝ, ਕਿਸੇ ਨੂੰ ਭੈ ਦੀ ਲੋੜ ਨਹੀਂ ਹੈ ਜੀ। ਮੈਂ ਤੁਹਾਨੂੰ ਫੇਰ ਕਿਹਾ ਕਿ ਇਹ ਭਾਈ ਇੱਕ ਉੱਪਰ ਜਿਹੜਾ ਪੰਜਾਬ ਬਿਠਾਉਣਾ ਚਾਹਵੇ, ਉੱਪਰ ਇਮਾਨਦਾਰੀ ਹੋਣੀ ਚਾਹੀਦੀ, ਕਿਉਂਕਿ ਕਰਪਸ਼ਨ ਹਮੇਸ਼ਾ ਥੱਲੋਂ ਸ਼ੁਰੂ ਹੁੰਦੀ ਹੈ ਜੀ, ਕਦੇ ਉੱਤੋਂ ਸ਼ੁਰੂ ਨਹੀਂ ਹੁੰਦੀ ਜੀ। ਇਸ ਕਰਕੇ ਤੁਸੀਂ ਇਸ ਗੱਲ ਨੂੰ ਸਮਝੋ ਜੀ ਕਿ ਕਦੇ ਵੀ ਅਗਰ ਕਰਪਸ਼ਨ ਦੂਰ ਕਰਨੀ ਹੋਵੇ ਤੇ ਉਹ ਉੱਤੋਂ ਦੂਰ ਹੁੰਦੀ ਹੈ। ਫਿਸ਼ ਸਟਾਰਟ ਟੂ ਸਟਿੰਕ ਐਟ ਦੀ ਹੈਡ। ਲੀ ਵੌਨ ਹੂ ਸਿੰਗਾਪੁਰ ਜੀ, ਮਹਾਰਾਜ ਉਹਨੇ ਸਿੰਗਾਪੁਰ ਇੱਕ ਮੱਛੀ ਮਾਰਕੀਟ ਤੋਂ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਬਣਾਤੀ। ਕਿਉਂ? ਜੀ। ਉਹ ਕਹਿੰਦਾ ਆਈ ਪਨਿਸ਼ ਪੀਪਲ ਐਟ ਦ ਟੌਪ। ਜਦੋਂ ਉੱਤੋਂ ਕਰਪਸ਼ਨ ਦੂਰ ਹੁੰਦੀ ਹੈ ਨਾ ਸਾਹਿਬ, ਫਿਰ ਥੱਲੇ ਤੱਕ ਜਾਂਦੀ ਹੈ ਔਰ ਉਹ ਥੱਲੇ ਤੱਕ ਪਰਕੂਲੇਟ ਨਹੀਂ ਹੁੰਦੀ। ਇਸ ਕਰਕੇ ਇਸ ਸਿਸਟਮ ਦਾ ਵਿਰੋਧ ਮੈਨੂੰ ਬੜਾ ਚੰਗਾ ਲੱਗਦਾ, ਕਿਉਂਕਿ ਸੰਘਰਸ਼ ਮੇਰਾ ਕਹਿਣਾ ਹੈ ਜਾਂ ਤਾਂ ਇਹ ਹੋਵੇ ਕਿ ਅਸੀਂ ਸਮਝੌਤੇ ਕੀਤੇ ਹੋਣ। ਮਤਲਬ ਮੈਂ ਸਭ ਨੂੰ ਮੰਨਦਾ ਜਿਨ੍ਹਾਂ ਨੇ ਮੈਨੂੰ ਇੱਜ਼ਤ ਦਿੱਤੀ, ਮੇਰੀ ਮੈਰਿਟ ਨੂੰ ਆਨਰ ਕੀਤਾ, ਲੇਕਿਨ ਇੱਕ ਵੱਡਾ ਸੰਘਰਸ਼ ਹੈ ਵੱਡਾ ਜਿਹੜਾ ਮੇਰਾ ਪੰਜਾਬ ਦੇ ਪ੍ਰਤੀ ਇਸ਼ਕ ਹੈ। ਇਹ ਮਰਦਾ ਤਾਂ ਨਹੀਂ ਕਦੀ। ਦੇਖੋ, ਇਸ਼ਕ ਦਾ ਮਤਲਬ ਕੀ ਹੈ? ਲੋਕ ਸੋਚਦੇ ਨੇ ਨਾ ਇਸ਼ਕ ਦਾ ਮਤਲਬ, ਲੋਕ ਸੋਚਦੇ ਨੇ ਖਬਰ ਨਹੀਂ ਇਹ ਇਸ਼ਕ ਦਾ ਮਤਲਬ ਕੋਈ ਫਿਜ਼ੀਕਲੀ ਹੈ ਨਾ। ਇਸ਼ਕ ਤਾਂ ਰੱਬ ਨਾਲ ਵੀ ਹੁੰਦਾ ਜਿਹੜਾ ਇਨਸਾਨ ਨੂੰ ਯੋਗੀ ਬਣਾਉਂਦਾ। ਫਿਰ ਉਹ ਬੰਧਨ, ਰਿਸ਼ਤੇ, ਨਾਤੇ, ਸੰਬੰਧ ਕੱਟ ਕੇ ਵੱਧਦਾ ਹੈ। ਮੈਨੂੰ ਉਸੇ ਤਰ੍ਹਾਂ ਪੰਜਾਬ ਨਾਲ ਇਸ਼ਕ ਹੈ। ਜਿਹੜਾ ਮੇਰੇ ਇਸ਼ਕ ਨੂੰ ਸਮਝੂਗਾ ਪੰਜਾਬ, ਉਹ ਮੇਰੇ ਤੇ ਕੋਈ ਤੌਹਮਤ ਨਹੀਂ ਲਾਏਗਾ ਕਦੇ। ਕਿਉਂ ਲਾਏਗਾ ਬਈ? ਮੈਂ ਤਾਂ ਪਹਿਲਾਂ ਹੀ ਹਰ ਪਾਸੇ ਮੇਰੀ ਮੈਰਿਟ ਇਗਨੋਰ ਹੋਈ। ਪੋਲਿਟਿਕਸ ਦੇ ਵਿੱਚ 5 ਦਾ 50 ਹੋ ਜਾਂਦਾ, 50 ਨੂੰ 0 ਵੀ ਕੀਤਾ ਜਾ ਸਕਦਾ। ਆਕਾ ਚਾਹੀਦਾ, ਠੀਕ ਹੈ, ਤੁਹਾਨੂੰ ਫੈਸਿਲੀਟੇਟ ਕਰਨਾ ਚਾਹੀਦਾ। ਉਹ ਹਾਈ ਕਮਾਂਡ ਨੇ ਮੈਨੂੰ ਕੀਤਾ, ਮੈਂ ਹਮੇਸ਼ਾ ਹੀ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਪਰ ਸਮਝੌਤੇ ਕਰਕੇ ਕਿਸ ਤਰ੍ਹਾਂ ਅੱਗੇ ਵਧਾਂਗੇ? ਇਹ ਸਿਸਟਮ ਖੜਾ ਹੋ ਜਾਂਦਾ, ਦੈਤੀ ਰੂਪੀ ਸਿਸਟਮ ਹੈ, ਖੜਾ ਹੋ ਜਾਂਦਾ। ਤੁਹਾਨੂੰ ਵੱਢਣ ਨੂੰ ਕੋਈ ਰੌਲਾ ਨਹੀਂ, लड़ोगे। इश्क जिनको है वतन से खुद ही को मिटाते रहेंगे, शम्मा महफिल में जलती रहेगी। डल्ला साहब, सिद्धू जैसे परवाने और भी आते। सिद्धू साहब, किसानी ਦੇ ਉੱਤੇ ਕੀ ਕਹਿਣਾ ਚਾਹੋਗੇ? ਬੜਾ ਅਹਿਮ ਸਾਡਾ ਖਿੱਤਾ ਹੈ। पग का सवाल है, अणख का सवाल है, साडी सर्वाइवल एग्जिस्टेंस पछाण का सवाल है, बाबे नानक के किते का सवाल। ਇਹਦੇ गहन चिंतन ਦੇ ਵਿੱਚੋਂ ਇੱਕੋ ਹੀ ਗੱਲ ਨਿਕਲੀ ਹੈ ਕਿ ਚਾਹੇ ਮੈਂ ਕੋਆਪਰੇਟਿਵ ਐਡਵੋਕੇਟ ਕਰਦਾ ਕਿ ਬਿਊਰੋਕ੍ਰੇਸੀ ਦੇ ਹੱਥ ਚੋਂ ਕੱਢ ਕੇ ਕੋਆਪਰੇਟਿਵ ਜਿਵੇਂ ਮੂਲ ਹੈ, ਛੋਟੇ ਵੱਡੇ ਕਿਸਾਨ ਨੂੰ ਇੱਕ ਕਰਕੇ ਉਹਨਾਂ ਦੀ ਪ੍ਰਾਈਸ ਜਿਹੜੀ ਹੈ, ਚਾਹੇ ਦੁਕਾਨਾਂ ਦੇ ਉੱਤੇ ਦੇਖੋ, ਜਿਹੜਾ ਵੇਚਣ ਵਾਲਾ ਉਹ ਤੈਅ ਕਰਦਾ, ਖਰੀਦਣ ਵਾਲਾ ਤੈਅ ਨਹੀਂ ਕਰਦਾ, ਕਿਉਂਕਿ ਕੋਲਡ ਸਟੋਰੇਜ ਨਹੀਂ ਹੈਗੇ। ਇਸ ਕਰਕੇ ਉਹ ਖਰੀਦਣ ਵਾਲਾ ਉਹਨਾਂ ਨੂੰ ਐਕਸਪਲੋਇਟ ਕਰਦਾ। ਸੋ ਕੋਲਡ ਸਟੋਰੇਜ ਹੋਣ, ਚਾਹੇ ਮਾਰਕੀਟਿੰਗ ਦੀ ਗੱਲ ਹੋਵੇ, ਚਾਹੇ ਪ੍ਰੋਡਕਸ਼ਨ ਦੀ ਗੱਲ। ਫਸਲਾਂ ਚੱਕਦਾ ਕੌਣ ਹੈ? ਸੈਂਟਰ ਦੀ ਸਰਕਾਰ ਝੋਨਾ ਤੇ ਕਣਕ ਚੱਕਦੀ, ਇਸ ਕਰਕੇ ਉਹ ਮਜਬੂਰ ਹੈ ਕਿ ਉਹ ਹੀ ਲਾਉਂਦਾ ਹੈ। ਮੈਂ ਹਮੇਸ਼ਾ ਐਡਵੋਕੇਟ ਦੇ ਕ੍ਰੌਪ ਡਾਈਵਰਸੀਫਿਕੇਸ਼ਨ, ਜੋ ਪੰਜਾਬ ਖਾਂਦਾ ਹੈ, ਕੀ ਉਹ ਉਗਾਉਂਦਾ ਹੈ, ਉਹ ਪੰਜਾਬ ਮੰਗਦਾ, ਸਮਝ ਨਹੀਂ? ਉਹਦੇ 'ਚ ਤੁਸੀਂ ਸਬਜ਼ੀਆਂ, ਫਰੂਟ, ਦਾਲਾਂ, ਆਇਲ ਸੀਡ, ਇਹਨਾਂ ਦੇ ਉੱਤੇ MSP ਦਿਓ। ਪੰਜ ਕਿਉਂ ਨਹੀਂ ਦੇ? ਕਿਉਂਕਿ ਰਿਸੋਰਸਿਸ ਦਾ ਘਾਟ ਹੈ। ਇਹ ਸਭ ਤੋਂ ਵੱਡਾ, ਸਭ ਤੋਂ ਅਹਿਮ ਮਸਲਾ ਹੈ। ਇਹ ਨਹੀਂ ਹੈ ਕਿ ਅਸੀਂ ਬਜਟ ਨਹੀਂ ਦਿੰਦੇ। ਡੱਲਾ ਸਾਹਿਬ, 13,000 ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਿੰਦਾ। ਤੁਸੀਂ ਜੇਕਰ ਸਟੇਟਾਂ ਨੂੰ ਦੇਖੋਗੇ ਨਾ, ਨਜ਼ਰ ਦੌੜਾਓਗੇ, ਤੁਹਾਨੂੰ ਲੱਗੂਗਾ ਯਾਰ ਪੰਜਾਬ ਦਾ ਜਿਹੜਾ ਬਜਟ ਹੈ ਉਹ ਸਭ ਤੋਂ ਜ਼ਿਆਦਾ ਹੈ, ਲੇਕਿਨ ਉਹਦੇ 'ਚੋਂ 7,000 ਕਰੋੜ ਦਾ ਸਬਸਿਡੀ ਤੇ ਜਾਂਦਾ ਹੈ। ਮਹਾਰਾਜ, ਬਿਜਲੀ ਦੀ ਸਬਸਿਡੀ ਦਿੰਦੇ ਹਾਂ ਜਿਹੜੀ ਅਸੀਂ ਖੇਤੀ ਨੂੰ, ਮਤਲਬ ਇਟ ਵਿਲ ਬੀ ਦੀ ਹਾਈਐਸਟ ਇਨ ਇੰਡੀਆ। 4,000 ਕਰੋੜ ਰੁਪਏ ਤਨਖਾਹ ਚਲੇ ਜਾਂਦਾ। ਫਿਰ ਕਿਤੇ ਹਾਰਟੀਕਲਚਰ, ਹੋਰ ਮਾੜੀ ਮੋਟੀ ਰਿਸਰਚ ਉਹਦੇ ਤੇ ਚਲੇ ਜਾਂਦਾ। ਉਹਦਾ ਰਿਜ਼ਲਟ ਕੀ ਹੈ ਕਿ ਜਿਹੜਾ 1,000-2,000 ਕਰੋੜ ਰੁਪਇਆ ਬਚਦਾ ਹੈ, ਸੈਂਟਰ ਦੀ ਸਰਕਾਰ ਸਕੀਮਾਂ ਦਿੰਦੀ ਹੈ 60-40, ਵੀ 60 ਅਸੀਂ ਪਾਵਾਂਗੇ, ਜੇ 60,000 ਕਰੋੜ ਅਸੀਂ ਪਾਵਾਂਗੇ, ਤੁਸੀਂ 40,000 ਕਰੋੜ ਪਾਓ, 1 ਲੱਖ ਕਰੋੜ ਦਾ ਤੁਸੀਂ ਫਾਇਦਾ ਲਓ। ਮਤਲਬ 40 ਪੈਸੇ ਨਹੀਂ ਪੈਂਦੇ ਪੰਜਾਬ ਤੋਂ। ਕਿਉਂ? ਕਿਉਂਕਿ ਰਿਸੋਰਸਿਸ ਨਹੀਂ ਹੈ। ਕਿਉਂ? ਕਿਉਂਕਿ ਇਨਕਮ ਨਹੀਂ ਹੈ। ਤੁਸੀਂ ਹੋਰ ਡਿਪਾਰਟਮੈਂਟਾਂ 'ਚ ਲੈ ਲਓ, ਤੁਸੀਂ ਬਾਰਡਰ ਦਾ ਫੰਡ ਜਿਹੜਾ ਹੈਗਾ ਤੁਸੀਂ ਉਹਦੇ 'ਚ ਲੈ ਲਓ। ਅੱਗੇ ਬਾਰਡਰ ਫੰਡ ਦੇ ਵਿੱਚ ਅਸੀਂ 90-10 ਹੁੰਦਾ ਸੀ, ਇਹ 10 ਪੈਸੇ ਪਾਉਂਦੇ ਸੀ, ਹੁਣ ਉਹ 60-40 ਹੋ ਗਿਆ, 40 ਪੈਂਦੇ ਨਹੀਂ। ਇਹ ਹੋਰ ਡਿਪਾਰਟਮੈਂਟ ਦੀ, ਲੋਕਲ ਸੈਲਫ ਗਵਰਨਮੈਂਟ ਦੇਖ ਲਓ, ਹੋਰ ਦੇਖ ਲਓ,
ਮਤਲਬ ਜੇ ਮੈਂ ਉਸ ਇਨਕਮ ਦੀ ਗੱਲ ਕਰਦਾ ਜਿਹੜੀ 25,000 ਕਰੋੜ ਰੁਪਏ ਸਟੇਟ ਕੋਲ ਆਊਗੀ, ਮਹਾਰਾਜ ਐਡਾ ਕਿਹੜਾ ਬੇਭਾਗਾ ਬੰਦਾ ਹੋਊਗਾ ਜਿਹੜਾ 25,000 ਕਰੋੜ ਦੇ 50,000 ਕਰੋੜ ਨਾ ਕਰੇ, ਜਿਹੜਾ ਕਰਜ਼ੇ ਲੈ ਕੇ ਕਰਜ਼ੇ ਮੋੜੇ। ਐਮਐਸਪੀ ਆਓ ਬਿਲਕੁਲ ਆਓ ਨਾ। ਐਮਐਸਪੀ ਕਿਉਂ ਨਹੀਂ ਆਊਗੀ? ਐਮਐਸਪੀ ਦੇਖੋ, ਐਮਐਸਪੀ ਜਿਹੜੀਆਂ ਦੂਜੀਆਂ 23 ਫਸਲਾਂ ਦੇ ਉੱਤੇ ਮੰਗਦੇ ਆ, ਉਹਨਾਂ ਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ? ਦਾਲਾਂ ਅਸੀਂ ਇੰਪੋਰਟ ਕਰਦੇ ਹਾਂ, ਉਹ ਪੈਸੇ ਅੱਡ ਰੱਖ ਲਓ, ਦਿਓ। ਸਬਜ਼ੀਆਂ ਹਰ ਰੋਜ਼ ਖਾਂਦੇ ਆ, ਤੁਸੀਂ ਕੋਲਡ ਸਟੋਰੇਜ ਲਾਓ, ਕਿਸਾਨ ਵੇਚੇ, ਉਹਨੂੰ ਮਤਲਬ 3 ਗੁਣਾ ਕੀਮਤ ਮਿਲੂਗੀ। ਗੱਲ ਸਮਝੋ ਕਿ ਆਇਲ ਸੀਡ ਹੁਣ ਹਰਿਆਣਾ ਹੈ, ਆਇਲ ਸੀਡ ਪ੍ਰੋਕਿਓਰ ਕਰਦਾ ਤੇ ਤੇਲ ਵੇਚਦਾ, 10 ਗੁਣੇ ਫਾਇਦੇ ਨੇ। ਇਹ ਸਿਰਫ ਰਿਸੋਰਸਿਸ ਦੇ ਨਾਲ ਹੀ ਸੰਭਵ ਹੈ। ਮਤਲਬ ਇਹ ਉੱਤਮ ਖੇਤੀ ਦੇ ਵਾਸਤੇ ਇਹ ਵੀ ਇੱਕ ਪ੍ਰਚਲਿਤ ਗੱਲ ਚੱਲਦੀ ਹੈ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਇਹਦੇ ਪੰਜਾਬ ਹੈ, ਮੋਢੀ ਹੈ, ਸਭ ਨੂੰ ਸੇਧ ਦਿੱਤੀ ਹੈ। ਤੇ ਅੱਜ ਅਸੀਂ ਰਿਸੋਰਸਿਸ ਕਰਕੇ ਅਗਰ ਘਾਟ ਖਾਈਏ, ਕ੍ਰੌਪ ਡਾਈਵਰਸੀਫਿਕੇਸ਼ਨ ਨਾ ਕਰ ਸਕੀਏ, ਕੋਲਡ ਸਟੋਰੇਜ ਔਰ ਇਸ ਐਮਐਸਪੀ ਦੇ ਵਿੱਚ ਸਬਜ਼ੀਆਂ ਦਾਲਾਂ ਇਹਨਾਂ ਦੇ ਉੱਤੇ ਪੰਸਬ ਨਾ ਦੇ ਸਕੇ, ਇਹ ਸਿਰਫ ਇਸੇ ਕਰਕੇ ਹੈ ਵੀ ਅਸੀਂ 60-40 ਦੇ ਵਿੱਚ ਪੈਸੇ ਨਹੀਂ ਪਾ ਸਕਦੇ। ਸੋਸ਼ਲ ਸੈਕਟਰ ਸਕੀਮਾਂ ਦੇ ਵਿੱਚ ਅਸੀਂ ਆਪਣੇ ਪੈਸੇ ਦੁੱਗਣੇ ਨਹੀਂ ਕਰ ਸਕਦੇ ਔਰ ਸਾਡੇ ਕੋਲ ਰਿਸੋਰਸਿਸ